ਛੋਟੀ ਉਮਰ ਦੇ ਮੁੰਡਿਆਂ ਨਾਲ ਪਹਾੜੀ ਔਰਤ ਜੋ ਕੰਮ ਕਰਦੀ ਸੀ, ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਅਸਲ ਵਿੱਚ ਕੁਝ ਅਜਿਹਾ ਹੋਇਆ ਕਿ ਜਿਵੇਂ ਕਿ ਮੈਂ 16 ਸਾਲ ਦਾ ਹੋਇਆ, ਅਚਾਨਕ ਮੇਰੇ ਮੋਢਿਆਂ 'ਤੇ ਇੱਕ ਵੱਡੀ ਜ਼ਿੰਮੇਵਾਰੀ ਆ ਗਈ। ਮੈਂ ਇੱਥੇ ਆਪਣੇ ਪਿਤਾ ਜੀ ਨੂੰ ਮਿਲਣ ਆਇਆ ਹਾਂ। ਮੈਨੂੰ ਨਹੀਂ ਪਤਾ ਸੀ ਇੱਥੇ ਆਉਣ ਤੋਂ ਬਾਅਦ ਹਾਲਾਤ ਅਜਿਹੇ ਬਣ ਜਾਣਗੇ ਕਿ ਮੈਨੂੰ ਖਾਣ ਲਈ ਰੋਟੀ ਵੀ ਨਹੀਂ ਮਿਲੇਗੀ। ਅਤੇ ਇਸ ਦੌਰਾਨ ਮੈਨੂੰ ਇੱਕ ਪਹਾੜੀ ਔਰਤ ਮਿਲੀ, ਜਿਸ ਨੇ ਮੈਨੂੰ ਅਜਿਹੀ ਗੱਲ ਦੱਸੀ ਕਿ ਮੈਂ ਸੁਣ ਕੇ ਹੈਰਾਨ ਰਹਿ ਗਿਆ ਅਤੇ ਸੋਚਣ ਲੱਗਾ ਕਿ ਉਸ ਨੇ 16 ਸਾਲ ਦੇ ਮੁੰਡੇ ਨਾਲ ਅਜਿਹਾ ਕੀ ਕੰਮ ਕਰਨਾ ਹੈ, ਜਿਸ ਦੇ ਬਦਲੇ ਉਹ ਮੈਨੂੰ ਇੰਨਾ ਕੁਝ ਦੇ ਰਹੀ ਹੈ। ਮਜਬੂਰੀ ਬਸ ਮੈਨੂੰ ਉਸ ਦੀ ਗੱਲ ਮੰਨਣੀ ਪਈ। ਫਿਰ ਉਸ ਔਰਤ ਨੇ ਮੇਰੇ ਨਾਲ ਕੀ ਕੀਤਾ, ਇਹ ਜਾਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਵੇਗੀ। ਮੇਰਾ ਨਾਮ ਰਾਮ ਹੈ। ਮੈਂ ਪੰਜਾਬ ਦੇ ਇੱਕ ਕਸਬੇ ਦਾ ਵਾਸੀ ਹਾਂ। ਮੇਰੇ ਪਰਿਵਾਰ ਵਿੱਚ ਮੇਰੇ ਤੋਂ ਇਲਾਵਾ ਮੇਰੀ ਮਾਂ, ਮੇਰੀ ਭੈਣ ਅਤੇ ਮੇਰਾ ਵੱਡਾ ਭਰਾ। ਮੇਰੇ ਪਿਤਾ ਜੀ ਇੱਕ ਮਿਸਤਰੀ ਹਨ। ਉਹ ਹਿਮਾਚਲ ਦੇ ਇੱਕ ਸ਼ਹਿਰ ਵਿੱਚ ਕੰਮ ਕਰਦੇ ਹਨ। ਉਹਨਾਂ ਦੀ ਕਮਾਈ ਨਾਲ ਹੀ ਸਾਡੇ ਘਰ ਦਾ ਖਰਚਾ ਚੱਲਦਾ ਹੈ। ਉਹਨਾਂ ਦੇ ਘਰ ਤੋਂ ਦੂਰ ਕੰਮ ਕਰਦੇ ਹੋਣ ਕਰਕੇ ਮੇਰਾ ਵੱਡਾ ਭਰਾ ਨਸ਼ੇੜੀ ਬਣ ਗਿਆ ਹੈ। ਮੇਰੀ ਭੈਣ ਇਸ ਸਮੇਂ 8ਵੀਂ ਕਲਾਸ ਵਿੱਚ ਪੜ੍ਹ ਰਹੀ ਹੈ ਅਤੇ ਮੈਂ 8ਵੀਂ ਜਮਾਤ ਦੇ ਪੇਪਰ ਦਿੱਤੇ ਸਨ। ਮੈਂ ਪੇਪਰ ਦੇ ਕੇ ਵਿਹਲਾ ਹੋ ਗਿਆ ਤੇ 1.5 ਮਹੀਨੇ ਦੀਆਂ ਛੁੱਟੀਆਂ ਹੋ ਗਈਆਂ ਸਨ। ਜਿਸ ਕਸਬੇ ਵਿੱਚ ਅਸੀਂ ਰਹਿੰਦੇ ਸੀ, ਵੈਸੇ ਵੀ ਉੱਥੇ ਬਹੁਤ ਘੱਟ ਲੋਕ ਸਕੂਲ ਜਾਂਦੇ ਸਨ। ਕਹਿਣ ਨੂੰ ਤਾਂ ਛੁੱਟੀਆਂ 1.5 ਮਹੀਨੇ ਦੀਆਂ ਸਨ, ਪਰ ਮੈਨੂੰ ਪਤਾ ਸੀ ਕਿ ਮੈਂ 2.5 ਮਹੀਨੇ ਬਾਅਦ ਹੀ ਸਕੂਲ ਜਾਵਾਂਗਾ। ਮੈਂ ਮਾਂ ਨੂੰ ਕਿਹਾ ਕਿ ਮੈਂ ਆਪਣੇ ਪਿਤਾ ਜੀ ਕੋਲ ਜਾ ਕੇ ਛੁੱਟੀਆਂ ਬਿਤਾਉਣ ਚਾਹੁੰਦਾ ਹਾਂ। ਭਾਵੇਂ ਮੈਂ ਛੋਟਾ ਸੀ, ਪਰ ਛੋਟੀ ਉਮਰ ਤੋਂ ਹੀ ਘਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਸੀ। ਇਸ ਲਈ ਮੈਂ ਬਹੁਤੀ ਚਿੰਤਾ ਨਾ ਕੀਤੀ ਅਤੇ ਮੈਂ ਇਕੱਲੇ ਹੀ ਕਾਰ ਵਿੱਚ ਬੈਠ ਗਿਆ। ਮੇਰੇ ਸਫ਼ਰ ਬਹੁਤ ਵਧੀਆ ਸੀ। ਇਸ ਦੌਰਾਨ ਮਾਂ ਨੇ ਮੇਰੇ ਪਿਤਾ ਜੀ ਨੂੰ ਚਿੱਠੀ ਲਿਖੀ ਸੀ, ਜਿਸ 'ਚ ਉਹਨਾਂ ਦੱਸਿਆ ਸੀ ਕਿ ਰਾਮ ਤੁਹਾਨੂੰ ਮਿਲਣ ਆ ਰਿਹਾ ਹੈ। ਮੇਰੇ ਪਿਤਾ ਜੀ ਮੈਨੂੰ ਸਟੇਸ਼ਨ 'ਤੇ ਮਿਲੇ ਤੇ ਉਹ ਮੇਰੇ ਲਈ ਵੱਖ-ਵੱਖ ਚੀਜ਼ਾਂ ਲੈ ਕੇ ਆਏ ਸਨ, ਕਿਉਂਕਿ ਅੱਜ ਮੇਰਾ ਜਨਮ ਦਿਨ ਵੀ ਸੀ। ਪਾਪਾ ਨੇ ਮੈਨੂੰ ਜੱਫੀ ਪਾਈ ਅਤੇ ਬਹੁਤ ਪਿਆਰ ਦਿੱਤਾ ਅਤੇ ਕਿਹਾ, ਰਾਮ, ਅੱਜ ਤੂੰ 16 ਸਾਲ ਦਾ ਹੋ ਗਿਆ ਹੈ। ਇਸ ਤੋਂ ਬਾਅਦ ਅਸੀਂ ਦੋਵੇਂ ਜਿਪਸੀ ਵਿੱਚ ਬੈਠ ਕੇ ਪਿਤਾ ਜੀ ਦੇ ਘਰ ਵੱਲ ਤੁਰ ਪਏ। ਜਿਪਸੀ ਪਾਪਾ ਕਿਰਾਏ 'ਤੇ ਲੈ ਕੇ ਆਏ ਸੀ। ਇਸ ਦੇ ਅੰਦਰ ਕੋਈ ਪਹਾੜੀ ਗੀਤ ਵੱਜ ਰਿਹਾ ਸੀ ਅਤੇ ਅਸੀਂ ਦੋਵੇਂ ਪਿਓ-ਪੁੱਤ ਬੜੇ ਮਸਤੀ ਨਾਲ ਇੱਕ ਦੂਜੇ ਨਾਲ ਗੱਲਾਂ ਕਰਦੇ ਸਫ਼ਰ ਦਾ ਆਨੰਦ ਮਾਣ ਰਹੇ ਸੀ। ਅਚਾਨਕ ਸਾਡੇ ਨਾਲ ਹਾਦਸਾ ਵਾਪਰ ਗਿਆ। ਸਾਡੀ ਜਿਪਸੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਜਿਪਸੀ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਲਾਂਕਿ ਮੈਨੂੰ ਜ਼ਿਆਦਾ ਸੱਟ ਨਹੀਂ ਲੱਗੀ, ਕਿਉਂਕਿ ਮੈਂ ਕਾਰ ਦੇ ਪਹਿਲੇ ਝਟਕੇ 'ਚ ਹੀ ਕਾਰ ਤੋਂ ਛਾਲ ਮਾਰ ਕੇ ਨਰਮ ਘਾਹ 'ਤੇ ਡਿੱਗ ਪਿਆ ਸੀ। ਪਰ ਮੇਰੇ ਪਿਤਾ ਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਜਿਸ ਕਾਰਨ ਮੈਨੂੰ ਉਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਪਿਆ। ਮੈਨੂੰ ਹਸਪਤਾਲ ਵਿੱਚ ਕੁਝ ਸਮਝ ਨਹੀਂ ਆ ਰਿਹਾ ਸੀ ਕੀ ਕਰਾਂ। ਇਸ ਲਈ ਪਿਤਾ ਜੀ ਦੇ ਦੋਸਤ ਆਏ। ਉਸਨੇ ਮੇਰੇ ਮੋਢੇ 'ਤੇ ਹੱਥ ਰੱਖ ਕੇ ਮੈਨੂੰ ਦਿਲਾਸਾ ਦਿੱਤਾ, ਬੇਟਾ, ਚਿੰਤਾ ਨਾ ਕਰ, ਤੇਰਾ ਪਿਤਾ ਜੀ ਜਲਦੀ ਠੀਕ ਹੋ ਜਾਵੇਗਾ। ਮੇਰੇ ਪਿਤਾ ਜੀ ਦਾ ਦੋਸਤ ਵੀ ਦੇਖਣ ਵਿੱਚ ਜ਼ਿਆਦਾ ਪੈਸੇ ਵਾਲਾ ਨਹੀਂ ਲੱਗਦਾ ਸੀ। ਉਹ ਵੀ ਇੱਕ ਗਰੀਬ ਕਿਸਮ ਦਾ ਆਦਮੀ ਸੀ, ਜੋ ਪੰਜਾਬ ਤੋਂ ਹੀ ਇੱਥੇ ਕੰਮ ਕਰਨ ਆਇਆ ਸੀ। ਫਿਰ ਡਾਕਟਰ ਵੀ ਉੱਥੇ ਆ ਗਿਆ। ਉਸ ਦੀ ਗੱਲ ਸੁਣ ਕੇ ਮੇਰੀ ਜਾਨ ਨਿਕਲ ਗਈ। ਮੈਂ ਇੱਥੇ ਪਹਾੜਾਂ 'ਤੇ ਆਪਣੀ ਛੁੱਟੀਆਂ ਬਿਤਾਉਣ, ਘੁੰਮਣ ਅਤੇ ਮੌਜ-ਮਸਤੀ ਕਰਨ ਲਈ ਆਇਆ ਸੀ। ਮੈਂ ਇੱਥੇ ਆਪਣੇ ਪਿਤਾ ਜੀ ਨਾਲ ਕੁਝ ਸਮਾਂ ਬਿਤਾਉਣਾ ਚਾਹੁੰਦਾ ਸੀ। ਮਾਂ ਨਾਲ ਜਿੱਦ ਕਰਕੇ ਮੈਂ ਇੰਨੇ ਪੈਸਿਆਂ ਦਾ ਇੰਤਜ਼ਾਮ ਕਰ ਲਿਆ ਸੀ ਕਿ ਕਿਸੇ ਤਰ੍ਹਾਂ ਮੈਂ ਹਿਮਾਚਲ ਵਿੱਚ ਆਪਣੇ ਪਿਤਾ ਜੀ ਦੇ ਕੋਲ ਆ ਜਾਵਾਂ। ਪਰ ਇੱਥੇ ਆ ਕੇ ਮੇਰੇ 'ਤੇ ਮੁਸੀਬਤਾਂ ਦਾ ਅਜਿਹਾ ਪਹਾੜ ਟੁੱਟ ਪਿਆ ਕਿ ਪਿਤਾ ਜੀ ਨੂੰ ਦੇਖ ਕੇ ਮੇਰੇ ਹੰਝੂ ਰੁਕਣ ਦਾ ਨਾਂ ਨਹੀਂ ਲੈ ਰਹੇ ਸਨ। ਉਸ ਦੀ ਹਾਲਤ ਬਹੁਤ ਖਰਾਬ ਸੀ। ਉਹਨਾਂ ਦਾ ਸਾਰਾ ਸਰੀਰ ਪੱਟੀਆਂ ਨਾਲ ਲਪੇਟਿਆ ਹੋਇਆ ਸੀ। ਡਾਕਟਰ ਕਹਿ ਰਿਹਾ ਸੀ ਕਿ ਉਸ ਦੇ ਹੱਥਾਂ-ਪੈਰਾਂ ਦੀਆਂ ਹੱਡੀਆਂ ਟੁੱਟ ਗਈਆਂ ਹਨ ਅਤੇ ਠੀਕ ਹੋਣ ਵਿੱਚ ਘੱਟੋ-ਘੱਟ 3 ਮਹੀਨੇ ਲੱਗਣਗੇ। ਪਿਤਾ ਜੀ ਦੇ ਦੋਸਤ ਨੇ ਤੁਰੰਤ ਉਸ ਕੰਪਨੀ ਨੂੰ ਫੋਨ ਕੀਤਾ ਜਿੱਥੇ ਉਹ ਦੋਵੇਂ ਕੰਮ ਕਰਦੇ ਸਨ, ਤਾਂ ਜੋ ਉਹਨਾਂ ਦੀ ਕੰਪਨੀ ਮੇਰੇ ਪਿਤਾ ਜੀ ਦੇ ਬੁਰੇ ਸਮੇਂ ਵਿੱਚ ਮਦਦ ਕਰ ਸਕੇ। ਪਰ ਕੰਪਨੀ ਦੇ ਮਾਲਕ ਨੇ ਇਹ ਗੱਲ ਸੁਣ ਕੇ ਸਾਫ਼ ਕਹਿ ਦਿੱਤਾ ਕਿ ਅਸੀਂ ਕੋਈ ਖਰਚਾ ਨਹੀਂ ਉਠਾਵਾਂਗੇ ਅਤੇ ਹੁਣ 6 ਮਹੀਨਿਆਂ ਤੱਕ ਸਾਡੇ ਕੋਲ ਕੋਈ ਕੰਮ ਨਹੀਂ ਹੈ। ਅਸੀਂ ਉਸ ਦੀ ਥਾਂ ਕਿਸੇ ਹੋਰ ਨੂੰ ਰੱਖ ਲਿਆ ਹੈ। ਕੁਝ ਦਿਨਾਂ ਬਾਅਦ ਜਦੋਂ ਪਿਤਾ ਜੀ ਨੂੰ ਹੋਸ਼ ਆਇਆ ਤਾਂ ਉਸ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਬੁਰੀ ਤਰ੍ਹਾਂ ਰੋਣ ਲੱਗ ਪਏ, ਕਿਉਂਕਿ ਪਿਤਾ ਜੀ ਦੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ। ਇਸ ਕਾਰਨ ਪਿਤਾ ਜੀ ਹਿਮਾਚਲ ਦੇ ਪਹਾੜੀ ਪਿੰਡ ਵਿੱਚ ਕੰਮ ਕਰਨ ਆਏ ਸਨ।
ਇੱਥੇ ਆ ਕੇ ਪਿਤਾ ਜੀ ਦਿਨ ਰਾਤ ਤਨਦੇਹੀ ਨਾਲ ਕੰਮ ਕਰਦੇ ਸਨ, ਜਿਸ ਕਾਰਨ ਅਸੀਂ ਘਰ ਵਿੱਚ ਸੁਖੀ ਜੀਵਨ ਬਤੀਤ ਕਰ ਸਕੇ। ਪਰ ਹੁਣ ਪਿਤਾ ਜੀ ਦਾ ਕੰਮ ਚਲਾ ਗਿਆ ਸੀ। ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਬਚਿਆ ਸਮਾਂ ਕਿਵੇਂ ਬਿਤਾਇਆ ਜਾਵੇਗਾ ਅਤੇ ਪਿਤਾ ਜੀ ਦੀ ਸਿਹਤ ਇਹ ਸੋਚ ਕੇ ਵਿਗੜ ਰਹੀ ਸੀ ਕਿ ਅੱਗੇ ਕੀ ਹੋਵੇਗਾ। ਆਪਣੇ ਪਿਤਾ ਜੀ ਨੂੰ ਇੰਨਾ ਪਰੇਸ਼ਾਨ ਦੇਖ ਕੇ ਮੈਨੂੰ ਬਹੁਤ ਦੁੱਖ ਹੋਇਆ ਕਿ ਜੇਕਰ ਮੈਂ ਇੱਥੇ ਆਉਣ ਦੀ ਜਿੱਦ ਨਾ ਕੀਤੀ ਹੁੰਦੀ ਤਾਂ ਨਾ ਮੇਰੇ ਪਿਤਾ ਜੀ ਮੈਨੂੰ ਉਸ ਕਾਰ ਵਿੱਚ ਲੈਣ ਆਉਂਦੇ ਅਤੇ ਨਾ ਹੀ ਸਾਡਾ ਨਾਲ ਕੋਈ ਹਾਦਸਾ ਹੁੰਦਾ। ਮੇਰੇ ਖਿਆਲ ਵਿੱਚ ਪਿਤਾ ਜੀ ਦੀ ਇਸ ਹਾਲਤ ਲਈ ਮੈਂ ਖੁਦ ਜ਼ਿੰਮੇਵਾਰ ਸੀ। ਹਸਪਤਾਲ ਵਾਲਿਆਂ ਨੇ ਮੇਰੇ ਪਿਤਾ ਜੀ ਨੂੰ ਹਫ਼ਤੇ ਦੇ ਅੰਦਰ ਅੰਦਰ ਛੁੱਟੀ ਦੇ ਦਿੱਤੀ। ਫਿਰ ਮੈਂ ਪਾਪਾ ਨਾਲ ਉਹਨਾਂ ਦੇ ਛੋਟੇ ਜਿਹੇ ਘਰ ਆ ਗਿਆ। ਇਹ ਘਰ ਇੱਕ ਲੱਕੜ ਦੀ ਝੌਂਪੜੀ ਵਰਗਾ ਸੀ ਅਤੇ ਪਿਤਾ ਜੀ ਨੇ ਮੈਨੂੰ ਕਿਹਾ ਕਿ ਹੁਣ ਆਪਣੇ ਪਿੰਡ ਵਾਪਸ ਜਾਣਾ ਪਵੇਗਾ, ਕਿਉਂਕਿ ਇਸ ਹਾਲਤ ਵਿੱਚ ਮੈਂ ਇੱਥੇ ਨਹੀਂ ਰਹਿ ਸਕਦਾ। ਮੈਂ ਕੋਈ ਕੰਮ ਨਹੀਂ ਕਰ ਸਕਦਾ ਅਤੇ ਕੰਪਨੀ ਨੇ ਵੀ ਮੇਰਾ ਖਰਚਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਹੈ। ਤਾਂ ਮੇਰੇ ਜਮ੍ਹਾਂ ਕੀਤੇ ਪੈਸਿਆਂ ਨਾਲ ਇੱਥੇ ਰਹਿਣ ਦਾ ਕੀ ਫਾਇਦਾ ਹੈ। ਜੇਕਰ ਉਹ ਇੱਥੇ ਹੀ ਰਹੇ ਤਾਂ ਹੌਲੀ ਹੌਲੀ ਸਾਰੇ ਬਚਤ ਵਾਲੇ ਪੈਸੇ ਵੀ ਖਰਚ ਹੋ ਜਾਣਗੇ। ਬਿਹਤਰ ਹੈ ਕਿ ਅਸੀਂ ਦੋਵੇਂ ਘਰ ਚੱਲੀਏ। ਪਰ ਮੈਂ ਇਹ ਸੁਣ ਕੇ ਪਰੇਸ਼ਾਨ ਹੋ ਗਿਆ, ਕਿਉਂਕਿ ਮੈਨੂੰ ਪਤਾ ਸੀ ਘਰ ਦੀ ਹਾਲਤ ਕਿਵੇਂ ਦੀ ਹੈ। ਵੱਡਾ ਭਰਾ ਪੂਰੀ ਤਰ੍ਹਾਂ ਨਸ਼ੇ ਦਾ ਆਦੀ ਹੋ ਚੁੱਕਾ ਹੈ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਪਿਤਾ ਜੀ 'ਤੇ ਸੀ ਅਤੇ ਪਿਤਾ ਜੀ ਨੂੰ ਇਸ ਹਾਲਤ 'ਚ ਦੇਖ ਕੇ ਘਰ ਦੀਆਂ ਦੋਵੇਂ ਮਾਂ ਭੈਣ ਬਹੁਤ ਪਰੇਸ਼ਾਨ ਹੋ ਜਾਣਗੀਆਂ। ਮੈਂ ਪਿਤਾ ਜੀ ਨੂੰ ਦਿਲਾਸਾ ਦਿੱਤਾ ਕਿ ਤੁਹਾਡੀ ਸਿਹਤ ਠੀਕ ਹੋ ਜਾਵੇ, ਫਿਰ ਘਰ ਵਾਪਸ ਜਾਣ ਬਾਰੇ ਸੋਚਾਂਗੇ। ਉਸ ਸਮੇਂ ਮੇਰੇ ਪਿਤਾ ਜੀ ਟਿਕਟ ਖਰੀਦਣ ਦੇ ਯੋਗ ਵੀ ਨਹੀਂ ਸਨ ਅਤੇ ਮੈਂ ਇੰਨਾ ਵੱਡਾ ਵੀ ਨਹੀਂ ਸੀ ਕਿ ਸਾਰਾ ਕੰਮ ਮੈਂ ਇਕੱਲਾ ਕਰ ਸਕਾਂ। ਪਰ ਪਿੱਛੇ ਮੁੜਨ ਦਾ ਮੇਰਾ ਕੋਈ ਇਰਾਦਾ ਨਹੀਂ ਸੀ। ਮੈਂ ਸੋਚਿਆ ਕਿ ਮੈਂ ਇੱਥੇ ਕੋਈ ਕੰਮ ਲੱਭ ਲਵਾਂਗਾ ਅਤੇ ਜਦੋਂ ਤੱਕ ਪਿਤਾ ਜੀ ਠੀਕ ਨਹੀਂ ਹੁੰਦੇ ਮੈਂ ਪਿਤਾ ਜੀ ਕੋਲ ਰਹਿ ਕੇ ਉਹਨਾਂ ਦੀ ਜ਼ਿੰਮੇਵਾਰੀ ਨਿਭਾਵਾਂਗਾ। ਪਰ ਸਾਰੀ ਸਮੱਸਿਆ ਇਹ ਸੀ ਕਿ ਮੈਂ ਕੰਮ ਕਰਨਾ ਨਹੀਂ ਜਾਣਦਾ ਸੀ ਅਤੇ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਮੈਂ ਇਸ ਪਿੰਡ ਵਿੱਚ ਕਿਸ ਤਰ੍ਹਾਂ ਦਾ ਕੰਮਕਾਰ ਕਰ ਸਕਦਾ ਹਾਂ। ਇਸ ਛੋਟੇ ਜਿਹੇ ਪਹਾੜੀ ਪਿੰਡ ਵਿੱਚ 16 ਸਾਲ ਦੇ ਬੱਚੇ ਨੂੰ ਰੁਜ਼ਗਾਰ ਦੇਣ ਲਈ ਕੋਈ ਵੀ ਤਿਆਰ ਨਹੀਂ ਸੀ, ਕਿਉਂਕਿ ਇੱਥੋਂ ਦੇ ਕਾਨੂੰਨ ਮੁਤਾਬਕ 16 ਸਾਲ ਦੇ ਬੱਚੇ ਨੂੰ ਰੁਜ਼ਗਾਰ ਦੇਣ ਲਈ ਫੈਕਟਰੀ ਮਾਲਕ ਨੂੰ ਸਖਤ ਸਜ਼ਾ ਮਿਲਦੀ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰਕਾਰ ਜੇ ਮੈਂ ਕਰਾਂ ਤਾਂ ਕੀ ਕਰਾਂ, ਤੇ ਮੇਰੇ ਲਈ ਇੱਥੇ ਕੰਮ ਲੱਭਣਾ ਅਸੰਭਵ ਸੀ ਜਦੋਂ ਕਿ ਮੇਰੇ ਪਿਤਾ ਜੀ ਕਮਰੇ ਵਿੱਚ ਬਿਮਾਰ ਪਏ ਸਨ। ਸ਼ਾਮ ਨੂੰ ਪਿਤਾ ਜੀ ਨੂੰ ਘਰੋਂ ਬਾਹਰ ਲੈ ਆਇਆ ਤਾਂ ਜੋ ਨੇੜੇ ਦੇ ਬਗੀਚੇ ਵਿੱਚ ਸੈਰ ਕਰਨ ਲਈ ਲਿਜਾ ਸਕਾਂ। ਮੇਰੇ ਪਿਤਾ ਜੀ ਬੈਠੇ ਬੱਚਿਆਂ ਨੂੰ ਖੇਡਦੇ ਦੇਖ ਰਹੇ ਸਨ। ਫਿਰ ਮੇਰੀ ਨਜ਼ਰ ਪਹਾੜੀ ਔਰਤ 'ਤੇ ਪਈ। ਉਹ ਕੁਝ ਦੂਰੀ 'ਤੇ ਬੈਠੀ ਸੀ ਅਤੇ ਉਸ ਦੀਆਂ ਨਜ਼ਰਾਂ ਮੇਰੇ 'ਤੇ ਟਿਕੀਆਂ ਹੋਈਆਂ ਸਨ। ਥੋੜ੍ਹੀ ਦੇਰ ਵਿੱਚ ਪਿਤਾ ਜੀ ਦੇ ਦੋਸਤ ਆ ਗਏ ਅਤੇ ਪਿਤਾ ਜੀ ਨੇ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਫਿਰ ਉਸ ਔਰਤ ਨੇ ਮੈਨੂੰ ਇਸ਼ਾਰਾ ਕੀਤਾ ਅਤੇ ਮੈਨੂੰ ਆਪਣੇ ਕੋਲ ਬੁਲਾਇਆ। ਮੈਂ ਝੱਟ ਉਸ ਕੋਲ ਗਿਆ। ਬਹੁਤ ਸੋਹਣੀ ਉਮਰ ਵਿੱਚ ਉਹ 32 ਕੁ ਸਾਲ ਦੀ ਹੋਵੇਗੀ। ਉਹ ਮੁਸਕਰਾ ਕੇ ਮੈਨੂੰ ਪੁੱਛਣ ਲੱਗੀ ਕਿ ਤੁਸੀਂ ਕੌਣ ਹੋ ਅਤੇ ਕਿੱਥੋਂ ਦੇ ਹੋ, ਤੇਰੇ ਬਾਪੂ ਨੂੰ ਕੀ ਹੋਇਆ। ਮੈਂ ਉਸਨੂੰ ਆਪਣਾ ਨਾਮ ਰਾਮ ਦੱਸਿਆ ਅਤੇ ਉਸਨੂੰ ਆਪਣਾ ਬਾਰੇ ਸਾਰਾ ਕੁਝ ਦੱਸਿਆ ਅਤੇ ਇਹ ਵੀ ਕਿਹਾ ਕਿ ਸਾਡੇ ਕੋਲ ਕੋਈ ਕੰਮ ਨਹੀਂ ਹੈ, ਇਸ ਕਾਰਨ ਸਾਨੂੰ ਇੱਥੇ ਰਹਿਣ ਵਿੱਚ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਰੀ ਗੱਲ ਸੁਣ ਕੇ ਉਹ ਹਲਕੀ ਜਿਹੀ ਮੁਸਕਰਾਈ ਅਤੇ ਮੈਨੂੰ ਦੱਸਣ ਲੱਗੀ ਕਿ ਤੇਰੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ। ਇਹ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਅਤੇ ਮੈਂ ਉਸਨੂੰ ਦੱਸਿਆ ਕਿ ਮੇਰੇ ਪਿਤਾ ਜੀ ਦੀ ਨੌਕਰੀ ਪਹਿਲਾਂ ਹੀ ਚਲੀ ਗਈ ਸੀ ਅਤੇ ਮੈਂ ਕੰਮ ਲੱਭਦਿਆਂ ਥੱਕ ਗਿਆ ਹਾਂ, ਪਰ ਕੋਈ ਵੀ ਮੈਨੂੰ ਨੌਕਰੀ 'ਤੇ ਨਹੀਂ ਰੱਖਣਾ ਚਾਹੁੰਦਾ। ਉਸ ਔਰਤ ਨੇ ਮੈਨੂੰ ਕਿਹਾ ਕਿ ਜੇਕਰ ਤੁਹਾਨੂੰ ਇੱਥੇ ਕੋਈ ਕੰਮ ਮਿਲਦਾ ਹੈ ਤਾਂ ਕੀ ਤੁਸੀਂ ਉਹ ਕੰਮ ਕਰੋਗੇ। ਮੈਂ ਬਹੁਤ ਖੁਸ਼ ਹੋਇਆ। ਮੈਂ ਕਿਹਾ ਕਿਉਂ ਨਹੀਂ, ਜੇ ਕੋਈ ਕੰਮ ਹੈ ਤਾਂ ਜ਼ਰੂਰ ਕਰਾਂਗਾ। ਮੈਂ ਖੁਦ ਚਾਹੁੰਦਾ ਹਾਂ ਕਿ ਕਿਸੇ ਤਰ੍ਹਾਂ ਮੈਂ ਇੱਥੇ ਨੌਕਰੀ ਕਰ ਲਵਾਂ ਅਤੇ 6 ਮਹੀਨੇ ਆਪਣੇ ਪਿਤਾ ਜੀ ਦੀ ਦੇਖਭਾਲ ਕਰਾਂ। ਉਸ ਤੋਂ ਬਾਅਦ ਉਹ ਆਪਣੀ ਨੌਕਰੀ 'ਤੇ ਵਾਪਸ ਜਾ ਸਕਦੇ ਹਨ ਅਤੇ ਸਾਡੇ ਘਰ ਦਾ ਗੁਜ਼ਾਰਾ ਦੁਬਾਰਾ ਹੋਣ ਲੱਗ ਜਾਵੇਗਾ। ਮੇਰੀ ਗੱਲ ਸੁਣ ਕੇ ਉਹ ਵੀ ਖੁਸ਼ ਹੋ ਗਈ ਅਤੇ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਬਹੁਤ ਪਸੰਦ ਕਰਦੀ ਹਾਂ। ਮੈਂ ਤੁਹਾਡੇ ਵਰਗਾ ਲੜਕਾ ਲੱਭ ਰਹੀ ਸੀ ਜੋ ਮਿਹਨਤੀ ਹੋਵੇ ਅਤੇ ਕੋਈ ਵੀ ਕੰਮ ਕਰਨ ਲਈ ਤਿਆਰ ਹੋਵੇ, ਇੱਥੋਂ ਤੱਕ ਕਿ ਆਪਣੇ ਪਰਿਵਾਰ ਦੀ ਖਾਤਰ ਆਪਣੀ ਜਾਨ ਦੇਣ ਲਈ ਵੀ ਤਿਆਰ ਰਹੇ। ਮੈਂ ਹੈਰਾਨੀ ਨਾਲ ਪੁੱਛਿਆ ਕਿ ਤੁਹਾਡੇ ਕੋਲ ਮੇਰੇ ਲਈ ਕੋਈ ਕੰਮ ਹੈ। ਉਸਨੇ ਕਿਹਾ ਕਿ ਹਾਂ, ਮੇਰੇ ਕੋਲ ਹੈ ਅਤੇ ਇਹ ਤੁਹਾਡੇ ਲਈ ਬਹੁਤ ਵਧੀਆ ਕੰਮ ਹੈ ਜਿਸ ਨਾਲ ਤੁਸੀਂ ਖੁਸ਼ ਹੋਵੋਗੇ
ਅਤੇ ਤੁਹਾਨੂੰ ਬਹੁਤ ਸਾਰਾ ਪੈਸਾ ਮਿਲੇਗਾ। ਮੈਂ ਸੱਚ ਕਹਿ ਰਹੀ ਹਾਂ, ਤੁਹਾਨੂੰ ਬਹੁਤ ਮਜ਼ਾ ਆਵੇਗਾ। ਅਤੇ ਮੈਂ ਉਸ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ। ਆਖਰਕਾਰ ਮੈਂ ਸਿਰਫ ਇੱਕ ਛੋਟਾ ਬੱਚਾ ਸੀ। ਮੈਨੂੰ ਲੱਗਿਆ ਜਿਵੇਂ ਮੈਨੂੰ ਕੋਈ ਖਿਡੌਣਾ ਮਿਲ ਗਿਆ ਹੋਵੇ ਜੋ ਮੈਂ ਮੰਗਿਆ ਸੀ। ਇਸ ਤੋਂ ਵਧੀਆ ਹੋਰ ਕੁਝ ਨਹੀਂ ਹੋ ਸਕਦਾ। ਮੈਂ ਉਸ ਨੂੰ ਕਿਹਾ ਕਿ ਇਹ ਠੀਕ ਹੈ, ਤੁਸੀਂ ਮੈਨੂੰ ਕੰਮ ਦੱਸੋ, ਮੈਂ ਆਪਣੇ ਪਿਤਾ ਜੀ ਨਾਲ ਗੱਲ ਕਰਾਂਗਾ। ਉਹ ਕਹਿਣ ਲੱਗੀ ਕਿ ਤੂੰ ਰੋਜ਼ ਸਵੇਰੇ ਤੋਂ ਸ਼ਾਮ ਤੱਕ ਮੇਰੇ ਘਰ ਆਉਣਾ ਹੈ। ਇੱਕ ਹਫ਼ਤਾ ਮੈਂ ਤੁਹਾਨੂੰ ਸਿਖਲਾਈ ਦੇਵਾਂਗੀ ਅਤੇ ਉਸ ਤੋਂ ਬਾਅਦ ਤੁਹਾਨੂੰ ਨੌਕਰੀ ਦੇ ਦਿੱਤੀ ਜਾਵੇਗੀ, ਪਰ ਤੁਹਾਨੂੰ ਪੂਰੇ ਹਫ਼ਤੇ ਲਈ ਤਨਖਾਹ ਮਿਲੇਗੀ। ਉਸਨੇ ਮੈਨੂੰ ਆਪਣੇ ਘਰ ਦਾ ਪਤਾ ਸਮਝਾਇਆ ਅਤੇ ਕਿਹਾ ਕਿ ਮੈਂ ਤੁਹਾਡਾ ਇੰਤਜ਼ਾਰ ਕਰਾਂਗੀ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੁਸੀਂ ਮੇਰੇ ਘਰ ਆਓਗੇ। ਉਹ ਮੁਸਕਰਾ ਰਹੀ ਸੀ ਅਤੇ ਬਹੁਤ ਵਧੀਆ ਢੰਗ ਨਾਲ ਗੱਲ ਕਰ ਰਹੀ ਸੀ। ਮੈਂ ਉਸਨੂੰ ਕਿਹਾ ਕਿ ਘੱਟੋ ਘੱਟ ਕੰਮ ਤਾਂ ਦੱਸੋ। ਉਹ ਮੁਸਕਰਾ ਕੇ ਬੋਲੀ, ਰਾਮ ਪੁੱਤਰ, ਕਾਹਲੀ ਕਾਹਦੀ ਹੈ? ਕੱਲ੍ਹ ਤੁਸੀਂ ਘਰ ਤਾਂ ਆਓ, ਫਿਰ ਗੱਲ ਕਰਦੇ ਹਾਂ। ਮੈਂ ਉਸਨੂੰ ਕੋਈ ਹੋਰ ਸਵਾਲ ਪੁੱਛਦਾ, ਉਦੋਂ ਹੀ ਮੇਰੇ ਪਿਤਾ ਜੀ ਨੇ ਮੈਨੂੰ ਬੁਲਾ ਲਿਆ। ਉਹਨਾਂ ਦੇ ਚਿਹਰੇ 'ਤੇ ਦਰਦ ਸਾਫ਼ ਦਿਖਾਈ ਦੇ ਰਿਹਾ ਸੀ। ਸ਼ਾਇਦ ਉਹਨਾਂ ਤੋਂ ਬੈਠਾ ਨਹੀਂ ਜਾ ਰਿਹਾ ਸੀ। ਮੈਂ ਆਪਣੇ ਪਿਤਾ ਜੀ ਦੇ ਨਾਲ ਘਰ ਲਈ ਰਵਾਨਾ ਹੋ ਗਿਆ। ਰਸਤੇ ਵਿੱਚ ਪਿਤਾ ਜੀ ਨੇ ਪੁੱਛਿਆ ਕਿ ਉਹ ਪਹਾੜੀ ਔਰਤ ਕੌਣ ਸੀ ਅਤੇ ਤੁਹਾਡੇ ਨਾਲ ਕੀ ਗੱਲ ਕਰ ਰਹੀ ਸੀ। ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਉਹ ਔਰਤ ਮੈਨੂੰ ਆਪਣੇ ਘਰ ਬੁਲਾ ਕੇ ਕੰਮ ਕਰਵਾਉਣਾ ਚਾਹੁੰਦੀ ਹੈ। ਹੋ ਸਕਦਾ ਹੈ ਕਿ ਉਸਨੂੰ ਘਰ ਵਿੱਚ ਕੋਈ ਕੰਮ ਹੋਵੇ ਜਾਂ ਉਸਨੇ ਮੇਰੇ ਤੋਂ ਘਰੇਲੂ ਸਮਾਨ ਮੰਗਵਾਉਣਾ ਹੋਵੇ, ਨਹੀਂ ਤਾਂ ਇਹ ਔਰਤ ਨੂੰ ਇੱਕ ਛੋਟੇ ਬੱਚੇ ਨਾਲ ਕੀ ਕੰਮ ਹੋ ਸਕਦਾ ਹੈ। ਮੇਰੀ ਗੱਲ ਸੁਣ ਕੇ ਪਿਤਾ ਜੀ ਨੇ ਸਾਫ਼ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਤੁਸੀਂ ਅਜੇ ਸਿਰਫ 16 ਸਾਲ ਦੇ ਹੋ, ਤੁਸੀਂ ਅਜੇ ਬੱਚੇ ਹੋ ਤੇ ਮੈਨੂੰ ਮਿਲਣ ਆਏ ਹੋ। ਮੈਂ ਤੁਹਾਨੂੰ ਕਿਸੇ ਕੰਮ 'ਤੇ ਨਹੀਂ ਜਾਣ ਦਿਆਂਗਾ। ਪਹਾੜੀ ਔਰਤ ਕੌਣ ਹੈ ਅਤੇ ਮੈਂ ਤੁਹਾਨੂੰ ਇਸ ਤਰ੍ਹਾਂ ਕਿਸੇ ਅਜਨਬੀ ਦੇ ਘਰ ਕਿਵੇਂ ਭੇਜ ਸਕਦਾ ਹਾਂ? ਪਤਾ ਨਹੀਂ ਉਹ ਤੁਹਾਡੇ ਤੋਂ ਕਿੰਨਾ ਕੰਮ ਕਰਵਾਵੇਗੀ। ਪਰ ਮੈਂ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ, ਇਹ ਤਾਂ 6 ਮਹੀਨਿਆਂ ਦੀ ਹੀ ਗੱਲ ਹੈ। ਇੱਕ ਵਾਰ ਜਦੋਂ ਤੁਸੀਂ ਠੀਕ ਹੋ ਗਏ ਤਾਂ ਤੁਸੀਂ ਵਾਪਸ ਆਪਣੀ ਕੰਪਨੀ ਵਿੱਚ ਕੰਮ ਕਰਨ ਲੱਗ ਜਾਓਗੇ ਤੇ ਮੈਂ ਆਪਣੇ ਘਰ ਚਲਾ ਜਾਵਾਂਗਾ ਅਤੇ ਦੁਬਾਰਾ ਆਪਣੀ ਪੜ੍ਹਾਈ ਸ਼ੁਰੂ ਕਰਾਂਗਾ। ਪਰ ਉਦੋਂ ਤੱਕ ਘਰ ਦਾ ਖਰਚਾ ਚਲਾਉਣ ਲਈ ਕੁਝ ਕਰਨਾ ਪਵੇਗਾ ਅਤੇ ਉਹ ਔਰਤ ਮੈਨੂੰ ਚੰਗੇ ਪੈਸੇ ਦੇਣ ਲਈ ਤਿਆਰ ਹੈ। ਫਿਰ ਮੇਰੇ ਲਈ ਕੰਮ ਕਰਨ ਵਿੱਚ ਕੀ ਮੁਸ਼ਕਲ ਹੋਵੇਗੀ? ਪਾਪਾ ਦੀਆਂ ਅੱਖਾਂ ਨਮ ਹੋ ਗਈਆਂ। ਉਹ ਕਹਿਣ ਲੱਗੇ ਕਿ ਮੇਰਾ ਛੋਟਾ ਪੁੱਤਰ ਕਿੰਨੀ ਜਲਦੀ ਵੱਡਾ ਹੋ ਗਿਆ ਹੈ ਕਿ ਉਹ ਮੈਨੂੰ ਮਨਾਉਣ ਲੱਗਾ ਹੈ। ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਮੈਂ ਇੱਕ ਵਾਰ ਉਸ ਔਰਤ ਦੇ ਘਰ ਜਾ ਕੇ ਦੇਖਾਂਗਾ। ਜੇ ਮੈਨੂੰ ਕੰਮ ਦੀ ਸਮਝ ਨਾ ਆਈ ਤਾਂ ਮੈਂ ਵਾਪਸ ਆ ਜਾਵਾਂਗਾ, ਕੋਈ ਸਮੱਸਿਆ ਨਹੀਂ। ਮੇਰੀ ਗੱਲ ਸੁਣ ਕੇ ਅਤੇ ਘਰ ਦੀਆਂ ਮੁਸ਼ਕਲਾਂ ਨੂੰ ਦੇਖ ਕੇ ਮੇਰੇ ਪਿਤਾ ਜੀ ਨੇ ਹਾਮੀ ਭਰੀ ਅਤੇ ਮੈਨੂੰ ਕਿਹਾ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਲੱਗੇ ਤਾਂ ਉਸੇ ਸਮੇਂ ਵਾਪਸ ਆ ਜਾਇਓ। ਅਤੇ ਇਹ ਗੱਲ ਕਰਦੇ ਹੋਏ ਅਸੀਂ ਸਾਡੇ ਘਰ ਆ ਗਏ। ਮੈਂ ਸਾਰੀ ਰਾਤ ਇਹ ਸੋਚ ਕੇ ਖੁਸ਼ ਹੁੰਦਾ ਰਿਹਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਨੌਕਰੀ ਮਿਲੀ ਹੈ, ਨਹੀਂ ਤਾਂ ਮੈਂ ਥੱਕ ਗਿਆ ਸੀ ਅਤੇ ਹਾਰ ਮੰਨ ਕੇ ਘਰ ਵਾਪਸ ਜਾਣ ਬਾਰੇ ਸੋਚਿਆ ਸੀ। ਪਰ ਮੇਰੇ ਮਨ ਵਿੱਚ ਥੋੜ੍ਹਾ ਜਿਹਾ ਡਰ ਵੀ ਸੀ। ਮੈਂ ਇਹ ਵੀ ਸੋਚ ਰਿਹਾ ਸੀ ਕਿ ਉਸਦਾ ਘਰ ਕਿੰਨਾ ਵੱਡਾ ਹੋਵੇਗਾ ਕਿ ਮੈਨੂੰ ਉਸਦਾ ਸਾਰਾ ਘਰ ਸਾਫ਼ ਕਰਨਾ ਪਵੇਗਾ। ਇਹ ਸਭ ਸੋਚ ਕੇ ਅਚਾਨਕ ਮੇਰੀਆਂ ਅੱਖਾਂ ਬੰਦ ਹੋ ਗਈਆਂ ਅਤੇ ਮੈਂ ਸੌ ਗਿਆ। ਅਗਲੇ ਦਿਨ ਸਵੇਰੇ ਉੱਠ ਕੇ ਪਿਤਾ ਜੀ ਦਾ ਸਾਰਾ ਕੰਮ ਕਰਕੇ ਉਸ ਔਰਤ ਦੇ ਘਰ ਚਲਾ ਗਿਆ। ਉਸ ਔਰਤ ਦਾ ਘਰ ਸਾਡੇ ਘਰ ਤੋਂ ਦੂਰ ਨਹੀਂ ਸੀ, ਇਸ ਲਈ ਪਿਤਾ ਜੀ ਨੇ ਮੈਨੂੰ ਉੱਥੇ ਭੇਜਣ ਲਈ ਤਿਆਰ ਹੋ ਗਏ। ਇਸ ਦੇ ਨਾਲ ਹੀ ਮੈਂ ਆਪਣੇ ਪਿਤਾ ਜੀ ਨੂੰ ਭਰੋਸਾ ਦਿੱਤਾ ਸੀ ਕਿ ਜੇਕਰ ਕੋਈ ਸਮੱਸਿਆ ਹੋਈ ਤਾਂ ਮੈਂ ਸਿੱਧਾ ਘਰ ਆਵਾਂਗਾ। ਉਸ ਔਰਤ ਦੇ ਘਰ ਪਹੁੰਚ ਕੇ ਮੈਂ ਚੌਕੀਦਾਰ ਨੂੰ ਕਿਹਾ ਕਿ ਤੁਹਾਡੀ ਮਾਲਕਣ ਨੇ ਮੈਨੂੰ ਬੁਲਾਇਆ ਹੈ। ਉਹ ਮੇਰੇ ਵੱਲ ਸਿਰ ਤੋਂ ਪੈਰਾਂ ਤੱਕ ਦੇਖ ਕੇ ਕਹਿਣ ਲੱਗਾ, ਤੁਸੀਂ ਮੈਡਮ ਦੇ ਨਾਲ ਰਹੋਗੇ। ਮੈਨੂੰ ਉਸ ਦੀਆਂ ਗੱਲਾਂ ਬਹੁਤ ਅਜੀਬ ਲੱਗੀਆਂ, ਨਾਲੇ ਉਹ ਮੇਰੇ ਵੱਲ ਬੜੀ ਅਜੀਬ ਨਜ਼ਰਾਂ ਨਾਲ ਦੇਖ ਰਿਹਾ ਸੀ। ਇਸ ਤੋਂ ਬਾਅਦ ਉਸਨੇ ਟੈਲੀਫੋਨ ਰਾਹੀਂ ਇੱਕ ਨੌਕਰਾਣੀ ਨੂੰ ਬਾਹਰ ਬੁਲਾਇਆ ਅਤੇ ਮੁਸਕਰਾਉਂਦੇ ਹੋਏ ਉਸਨੂੰ ਕਿਹਾ, ਇਹ ਬੱਚਾ ਮੈਡਮ ਦੇ ਨਾਲ ਰਹੇਗਾ। ਉਹ ਇੱਕ ਸੁੰਦਰ ਲੜਕਾ ਲੱਭ ਕੇ ਲਿਆਉਂਦੀ ਹੈ, ਉਹਨਾਂ ਦੀ ਵੀ ਤਾਰੀਫ ਕਰਨੀ ਬਣਦੀ ਹੈ। ਅਜਿਹੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਰਹਿ ਗਿਆ। ਚੰਗੇ ਕੰਮ ਕਰਨ ਲਈ ਸੁੰਦਰ ਹੋਣ ਦੀ ਕੀ ਲੋੜ ਹੈ? ਮੈਡਮ ਨੂੰ ਮੇਰੇ ਕੰਮ ਤੱਕ ਮਤਲਬ ਹੋਣਾ ਚਾਹੀਦਾ ਸੀ। ਮੈਂ ਸੋਚਿਆ ਸ਼ਾਇਦ ਇਹ ਚੌਕੀਦਾਰ ਥੋੜ੍ਹਾ ਪਾਗਲ ਹੈ। ਚੌਕੀਦਾਰ ਦੀ ਗੱਲ ਸੁਣ ਕੇ ਨੌਕਰਾਣੀ ਹੱਸ ਪਈ ਅਤੇ ਮੇਰਾ ਹੱਥ ਫੜ ਕੇ ਕਮਰੇ ਦੇ ਅੰਦਰ ਲੈ ਗਈ। ਕੋਠੀ ਬਹੁਤ ਵੱਡੀ ਸੀ ਤੇ ਬਹੁਤ ਸੋਹਣੀ ਵੀ, ਕੋਈ ਚੀਜ਼ਾਂ ਦੀ ਕਮੀ ਨਹੀਂ ਸੀ। ਇੰਜ ਜਾਪਦਾ ਸੀ ਜਿਵੇਂ ਮੈਂ ਕਿਸੇ ਸੋਨੇ ਦੇ ਮਹਿਲ ਵਿੱਚ ਵੜ ਗਿਆ ਹਾਂ। ਮੈਂ ਅੰਦਰ ਜਾ ਕੇ ਸੋਹਣੇ ਸੋਫੇ 'ਤੇ ਬੈਠ ਗਿਆ। ਲੀਚੀ ਦਾ ਰਸ ਮੇਰੇ ਸਾਹਮਣੇ ਰੱਖਿਆ ਗਿਆ, ਬਿਲਕੁਲ ਜਿਵੇਂ ਮੈਂ ਖਾਸ ਮਹਿਮਾਨ ਹਾਂ। ਜਲਦੀ ਹੀ ਮੈਡਮ ਵੀ ਉੱਥੇ ਆ ਗਈ।
ਮੈਂ ਉਸ ਪਹਾੜੀ ਔਰਤ ਨੂੰ ਦੇਖ ਕੇ ਹੈਰਾਨ ਰਹਿ ਗਿਆ ਕਿ ਉਹ ਬਹੁਤ ਸੋਹਣੀ ਸੀ। ਲੱਗਦਾ ਸੀ ਜਿਵੇਂ ਮੈਂ ਕਿਸੇ ਫਿਲਮ ਦੀ ਹੀਰੋਇਨ ਨੂੰ ਦੇਖ ਰਿਹਾ ਹਾਂ। ਨਾਈਟ ਸੂਟ ਵਿੱਚ ਸੀ। ਉਹ ਮੇਰੇ ਸਾਹਮਣੇ ਬੈਠੀ ਸੀ। ਭਾਵੇਂ ਮੇਰੀ ਉਮਰ ਇੰਨੀ ਵੀ ਨਹੀਂ ਸੀ, ਪਰ ਫਿਰ ਵੀ ਉਹ ਮੈਨੂੰ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਸ਼ਰਮ ਨਾਲ ਅੱਖਾਂ ਨੀਵੀਆਂ ਕਰ ਲਈਆਂ। ਜੋ ਵੀ ਸੀ ਉਹ ਮੇਰੀ ਮਾਲਕਣ ਸੀ ਅਤੇ ਮੈਂ ਉਹਨਾਂ ਲਈ ਕੰਮ ਕਰਨਾ ਸੀ। ਜਦੋਂ ਮੈਂ ਜੂਸ ਪੀਤਾ ਤਾਂ ਮੈਡਮ ਨੇ ਮੈਨੂੰ ਕਮਰੇ ਵਿੱਚ ਜਾ ਕੇ ਕੁਝ ਦੇਰ ਆਰਾਮ ਕਰਨ ਲਈ ਕਿਹਾ। ਮੈਂ ਉਸ ਔਰਤ ਦੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ। ਮੈਂ ਇੱਥੇ ਕੰਮ ਕਰਨ ਆਇਆ ਹਾਂ, ਆਰਾਮ ਕਰਨ ਲਈ ਨਹੀਂ, ਅਤੇ ਕੋਈ ਇੰਨੀ ਦੂਰੋਂ ਵੀ ਨਹੀਂ ਆਇਆ ਸੀ ਕਿ ਮੈਨੂੰ ਆਰਾਮ ਕਰਨ ਦੀ ਲੋੜ ਸੀ। ਮੈਂ ਝੱਟ ਕਿਹਾ ਕਿ ਮੈਡਮ, ਮੈਂ ਬਹੁਤ ਫਰੈਸ਼ ਹਾਂ, ਤੁਸੀਂ ਮੈਨੂੰ ਕੰਮ ਦੱਸੋ, ਮੈਂ ਤੁਹਾਡਾ ਕੰਮ ਬੜੀ ਮਿਹਨਤ ਨਾਲ ਕਰਾਂਗਾ। ਮੇਰੀ ਗੱਲ ਸੁਣ ਕੇ ਉਹ ਪਹਾੜੀ ਔਰਤ ਆਪਣੇ ਖੂਬਸੂਰਤ ਅੰਦਾਜ਼ ਵਿੱਚ ਮੁਸਕਰਾ ਕੇ ਬੋਲੀ, ਕੰਮ ਤਾਂ ਤੁਹਾਨੂੰ ਇਮਾਨਦਾਰੀ ਨਾਲ ਹੀ ਕਰਨਾ ਪਵੇਗਾ, ਫਿਰ ਹੀ ਤੁਹਾਨੂੰ ਪੈਸੇ ਮਿਲਣਗੇ। ਪਰ ਹੁਣ ਤੁਸੀਂ ਜਾ ਕੇ ਆਰਾਮ ਕਰੋ ਅਤੇ ਫਿਰ ਮੈਂ ਤੁਹਾਡੇ ਕੋਲ ਆ ਕੇ ਤੁਹਾਨੂੰ ਦੱਸਦੀ ਹਾਂ ਕਿ ਤੁਸੀਂ ਕੀ ਕੰਮ ਕਰਨਾ ਹੈ। ਤਾਂ ਇੱਕ ਹੋਰ ਨੌਕਰਾਣੀ ਆਈ ਅਤੇ ਉਹ ਮੈਨੂੰ ਇੱਕ ਬਹੁਤ ਹੀ ਸੁੰਦਰ ਕਮਰੇ ਵਿੱਚ ਲੈ ਗਈ। ਕਮਰਾ ਇੰਨਾ ਵੱਡਾ ਅਤੇ ਆਲੀਸ਼ਾਨ ਸੀ ਕਿ ਮੈਂ ਕੁਝ ਦੇਰ ਕਮਰੇ ਨੂੰ ਦੇਖਦਾ ਰਿਹਾ। ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ। ਜਦੋਂ ਦਾ ਮੈਂ ਇੱਥੇ ਆਇਆ ਸੀ, ਪਿਤਾ ਜੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ। ਨਾ ਤਾਂ ਮੈਂ ਕੁਝ ਠੀਕ ਤਰ੍ਹਾਂ ਖਾ ਸਕਦਾ ਸੀ ਅਤੇ ਨਾ ਹੀ ਕੁਝ ਦੇਖ ਸਕਦਾ ਸੀ। ਇਸ ਕਮਰੇ ਵਿੱਚ ਆ ਕੇ ਜਦੋਂ ਮੈਂ ਆਰਾਮ ਨਾਲ ਮੰਜੇ 'ਤੇ ਬੈਠਾ ਤਾਂ ਸ਼ੀਸ਼ੇ ਸਾਹਮਣੇ ਆਪਣਾ ਚਿਹਰਾ ਦੇਖਿਆ। ਮੈਂ ਸੱਚਮੁੱਚ ਸੁੰਦਰ ਸੀ। ਉਹ ਚੌਕੀਦਾਰ ਸਹੀ ਸੀ। ਮੈਂ ਆਪਣੀ ਮਾਂ ਵਰਗਾ ਸੋਹਣਾ ਦੁੱਧ ਵਰਗਾ ਰੰਗ ਤੇ ਨੀਲੀਆਂ ਅੱਖਾਂ। ਮੈਂ ਦੂਜੇ ਬੱਚਿਆਂ ਨਾਲੋਂ ਬਹੁਤ ਵੱਖਰਾ ਸੀ। ਮੇਰੇ ਪਿੰਡ ਵਿੱਚ ਵੀ ਮੇਰੀਆਂ ਅੱਖਾਂ ਦੇ ਵੱਡੇ ਚਰਚੇ ਸਨ। ਹਰ ਕੋਈ ਕਹਿੰਦਾ ਸੀ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਬੱਚਾ ਇੱਕ ਅਮੀਰ ਘਰ ਵਿੱਚ ਪੈਦਾ ਹੋਇਆ ਹੋਵੇਗਾ। ਇੱਥੇ ਕਿੱਥੇ ਚਿੱਕੜ ਵਿੱਚ ਕਮਲ ਖਿੜਿਆ। ਕੁਝ ਦੇਰ ਬਾਅਦ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਪਹਾੜੀ ਔਰਤ ਇੱਕ ਸੁੰਦਰ ਕੁੜੀ ਨਾਲ ਮੇਰੇ ਕਮਰੇ ਵਿੱਚ ਆਈ। ਉਸ ਨੂੰ ਦੇਖ ਕੇ ਮੈਂ ਝੱਟ ਉੱਠ ਕੇ ਬੈਠ ਗਿਆ। ਮੈਡਮ ਨੇ ਮੇਰੀ ਉਸ ਕੁੜੀ ਨਾਲ ਜਾਣ ਪਛਾਣ ਕਰਵਾਈ। ਉਸ ਦਾ ਨਾਮ ਰਮਨ ਸੀ। ਮੈਡਮ ਕਹਿਣ ਲੱਗੀ ਕਿ ਅੱਜ ਤੋਂ ਉਹ ਮੈਨੂੰ ਸਿਖਾਵੇਗੀ ਕਿ ਕਿਵੇਂ ਬੈਠਣਾ ਉੱਠਣਾ ਹੈ, ਕਿਵੇਂ ਗੱਲ ਕਰਨੀ ਹੈ ਅਤੇ ਇੱਥੋਂ ਦੀ ਥੋੜ੍ਹੀ ਜਿਹੀ ਭਾਸ਼ਾ ਵੀ ਤੁਹਾਨੂੰ ਸਿਖਾਏਗੀ। ਮੈਨੂੰ ਮੈਡਮ ਦੀ ਇਹ ਗੱਲ ਬੜੀ ਅਜੀਬ ਲੱਗੀ। ਆਖਰਕਾਰ ਮੈਨੂੰ ਘਰੇਲੂ ਕੰਮ ਕਰਨ ਲਈ ਪਹਾੜੀ ਤਰੀਕੇ ਸਿੱਖਣ ਦੀ ਕੀ ਲੋੜ ਸੀ ਅਤੇ ਮੈਂ ਪਹਿਲਾਂ ਹੀ ਜਾਣਦਾ ਸੀ ਕਿ ਕਿਵੇਂ ਉੱਠਣਾ ਬੈਠਣਾ ਹੈ। ਫਿਰ ਮੈਡਮ ਰਮਨ ਨਾਂ ਦੀ ਕੁੜੀ ਨੂੰ ਮੇਰੇ ਪਿੱਛੇ ਕਿਉਂ ਲਗਾ ਰਹੀ ਸੀ ਤਾਂ ਉਹ ਕਹਿਣ ਲੱਗੀ ਕਿ ਤੂੰ ਇਹ ਸਭ ਇੱਕ ਹਫ਼ਤੇ ਤੱਕ ਸਿੱਖਣਾ ਹੈ। ਉਸ ਤੋਂ ਬਾਅਦ ਤੂੰ ਮੇਰੇ ਕੰਮ ਆ ਸਕੇਗਾ। ਤੁਹਾਨੂੰ ਰਮਨ ਨਾਲ ਪੂਰਾ ਹਫ਼ਤਾ ਬਿਤਾਉਣਾ ਪਵੇਗਾ। ਉਹ ਤੁਹਾਨੂੰ ਛੋਟੀ ਤੋਂ ਛੋਟੀ ਗੱਲ ਵੀ ਸਿਖਾਏਗੀ। ਮੈਡਮ ਮੈਨੂੰ ਰਮਨ ਦੇ ਹਵਾਲੇ ਕਰਕੇ ਕਮਰੇ ਵਿੱਚ ਛੱਡ ਕੇ ਚਲੀ ਗਈ। ਉਹ ਬਹੁਤ ਸੋਹਣੀ ਕੁੜੀ ਸੀ ਅਤੇ ਬਹੁਤ ਹੀ ਵਧੀਆ ਤਰੀਕੇ ਨਾਲ ਮੈਨੂੰ ਸਭ ਕੁਝ ਸਿਖਾ ਰਹੀ ਸੀ। ਲੋਕਾਂ ਦੇ ਸਾਹਮਣੇ ਕਿਵੇਂ ਬੈਠਣਾ ਹੈ, ਕਿਵੇਂ ਗੱਲ ਕਰਨੀ ਹੈ ਅਤੇ ਆਪਣੇ ਆਪ ਨੂੰ ਸੁੰਦਰ ਕਿਵੇਂ ਬਣਾਉਣਾ ਹੈ। ਹਾਲਾਂਕਿ ਇੱਕ ਗੱਲ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇੱਕ ਨੌਕਰ ਨੂੰ ਇੰਨੀ ਟ੍ਰੇਨਿੰਗ ਦੇਣ ਦੀ ਕੀ ਲੋੜ ਸੀ। ਪਹਿਲੇ ਦਿਨ ਜਦੋਂ ਮੈਂ ਸ਼ਾਮ ਨੂੰ ਘਰ ਪਰਤਿਆ ਤਾਂ ਪਿਤਾ ਜੀ ਨੂੰ ਮੇਰੀ ਚਿੰਤਾ ਹੋ ਰਹੀ ਸੀ। ਮੈਨੂੰ ਦੇਖ ਕੇ ਉਹਨਾਂ ਨੇ ਕਿਹਾ ਕਿ ਅੱਜ ਮੈਂ ਸਾਰਾ ਦਿਨ ਤੇਰੇ ਬਾਰੇ ਹੀ ਸੋਚਦਾ ਰਿਹਾ। ਮੈਨੂੰ ਦੱਸੋ ਕਿ ਤੁਸੀਂ ਪਹਿਲੇ ਦਿਨ ਕੀ ਕੰਮ ਕੀਤਾ। ਉਸ ਔਰਤ ਨੇ ਤੁਹਾਨੂੰ ਬਹੁਤੀ ਮਿਹਨਤ ਤਾਂ ਨਹੀਂ ਕਰਵਾਈ। ਮੈਂ ਆਪਣੇ ਪਿਤਾ ਜੀ ਨੂੰ ਦੱਸਿਆ ਕਿ ਮੈਨੂੰ ਸਿਰਫ ਪਹਾੜੀ ਰਹਿਣ ਸਹਿਣ ਬਾਰੇ ਸਿਖਾਇਆ ਗਿਆ ਹੈ। ਮੇਰੀ ਗੱਲ ਸੁਣ ਕੇ ਪਾਪਾ ਹੱਸ ਪਏ। ਮੈਂ ਪਾਪਾ ਨੂੰ ਮੁਸਕਰਾਉਂਦੇ ਦੇਖ ਕੇ ਹੈਰਾਨ ਰਹਿ ਗਿਆ ਅਤੇ ਉਹਨਾਂ ਨੂੰ ਪੁੱਛਿਆ ਕਿ ਪਾਪਾ ਤੁਸੀਂ ਕਿਉਂ ਹੱਸ ਰਹੇ ਹੋ, ਕਿਉਂਕਿ ਪਹਾੜੀ ਲੋਕ ਬਹੁਤ ਅਜੀਬ ਹੁੰਦੇ ਹਨ। ਜੇ ਅਸੀਂ ਬਿੱਲੀ ਰੱਖਦੇ ਹਾਂ ਤਾਂ ਅਸੀਂ ਇਸ ਦੀਆਂ ਨਸਲਾਂ ਦੇਖਦੇ ਹਾਂ। ਫਿਰ ਤੁਹਾਨੂੰ ਕੁਝ ਸਿਖਾਏ ਬਗੈਰ ਤੁਹਾਨੂੰ ਆਪਣੇ ਘਰ ਵਿੱਚ ਕੰਮ 'ਤੇ ਕਿਵੇਂ ਰੱਖਣਗੇ। ਯਕੀਨਨ ਉਹ ਤੁਹਾਨੂੰ ਪਹਿਲਾਂ ਆਪਣੇ ਤੌਰ ਤਰੀਕੇ ਸਿਖਾਉਣਗੇ ਤਾਂ ਜੋ ਤੁਸੀਂ ਉਹਨਾਂ ਦੀ ਕੋਠੀ ਵਿੱਚ ਸਹੀ ਢੰਗ ਨਾਲ ਰਹਿ ਸਕੋ। ਚੰਗਾ ਚਲੋ, ਇਸ ਤਰ੍ਹਾਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਅਤੇ ਮੈਨੂੰ ਇਹ ਜਾਣ ਕੇ ਮਾਣ ਹੈ, ਮੈਨੂੰ ਰਾਹਤ ਮਿਲੀ ਹੈ ਕਿ ਤੁਹਾਡੇ ਉੱਤੇ ਕੰਮ ਦਾ ਕੋਈ ਵੱਡਾ ਬੋਝ ਨਹੀਂ ਹੈ। ਰਾਮ ਪੁੱਤਰ, ਬਹੁਤ ਦਿਲ ਅਤੇ ਮਿਹਨਤ ਨਾਲ ਸਭ ਕੁਝ ਸਿੱਖਦਾ ਰਹੀਂ। ਜਦੋਂ ਮੈਂ ਠੀਕ ਹੋ ਜਾਵਾਂਗਾ ਤੇ ਆਪਣੀ ਨੌਕਰੀ 'ਤੇ ਵਾਪਸ ਜਾਵਾਂਗਾ, ਫਿਰ ਮੈਂ ਤੁਹਾਨੂੰ ਘਰ ਵਾਪਸ ਭੇਜਾਂਗਾ ਅਤੇ ਤੁਸੀਂ ਚੰਗੇ ਤਰੀਕੇ ਨਾਲ ਹੀ ਸਭ ਸਿੱਖਣਾ। ਤੁਹਾਨੂੰ ਜੀਵਨ ਵਿੱਚ ਇਸ ਦਾ ਬਹੁਤ ਲਾਭ ਹੋਵੇਗਾ। ਤੇਰੀ ਮਾਂ ਇੰਨੀ ਦੇਰ ਤੇਰੇ ਬਿਨਾਂ ਨਹੀਂ ਰਹਿ ਸਕੇਗੀ। ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਘਰ ਵਾਪਸ ਭੇਜਣਾ ਚਾਹੁੰਦਾ ਹਾਂ। ਪਾਪਾ ਠੀਕ ਕਹਿ ਰਹੇ ਸਨ। ਮੰਮੀ ਮੇਰੇ ਬਿਨਾਂ ਦਿਨ ਕਿਵੇਂ ਲੰਘਾਉਣਗੇ।
ਉਸ ਤੋਂ ਬਾਅਦ ਇਹ ਰੂਟੀਨ ਬਣ ਗਿਆ। ਰੋਜ਼ ਸਵੇਰੇ ਮੈਂ ਮਾਲਕਣ ਦੇ ਘਰ ਜਾਂਦਾ, ਮੈਨੂੰ ਉੱਥੇ ਵਧੀਆ ਖਾਣਾ ਦਿੱਤਾ ਜਾਂਦਾ, ਪਹਿਨਣ ਲਈ ਵਧੀਆ ਕੱਪੜੇ ਦਿੱਤੇ ਜਾਂਦੇ, ਮੇਰੇ ਵਾਲ ਇੱਕ ਬਹੁਤ ਹੀ ਸੁੰਦਰ ਸਟਾਈਲ ਵਿੱਚ ਕੀਤੇ ਜਾਂਦੇ, ਮੈਨੂੰ ਹਰ ਤਰ੍ਹਾਂ ਦੀਆਂ ਚੀਜ਼ਾਂ ਪ੍ਰਦਾਨ ਕੀਤੀਆਂ ਗਈਆਂ ਸਨ। 4 ਦਿਨ 'ਚ ਮੇਰੇ 'ਚ ਕਾਫੀ ਬਦਲਾਅ ਆਇਆ। ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖ ਕੇ ਮੈਂ ਪਛਾਣ ਨਹੀਂ ਸਕਿਆ ਕਿ ਮੈਂ ਉਹੀ 16 ਸਾਲ ਦਾ ਰਾਮ ਹਾਂ। ਇੱਥੋਂ ਦਾ ਖਾਣ ਪੀਣ ਨਾਲ ਮੇਰੀ ਸਿਹਤ ਬਹੁਤ ਵਧੀਆ ਲੱਗਣ ਲੱਗੀ। ਮੇਰੇ ਤੇ ਕੋਠੀ ਵਿੱਚ ਘੁੰਮਣ ਫਿਰਨ 'ਤੇ ਕੋਈ ਪਾਬੰਦੀ ਨਹੀਂ ਸੀ। ਮੈਂ ਜਿੱਥੇ ਚਾਹੁੰਦਾ ਸੀ ਉੱਥੇ ਜਾਂਦਾ ਸੀ ਅਤੇ ਜਿਵੇਂ ਚਾਹੁੰਦਾ ਸੀ ਉਵੇਂ ਹੀ ਰਹਿੰਦਾ ਸੀ। ਕਿਉਂ ਲੱਗਦਾ ਸੀ ਜਿਵੇਂ ਮੈਂ ਮਾਲਕਣ ਦਾ ਪੁੱਤਰ ਹਾਂ। ਹੁਣ ਤੱਕ ਮੈਂ ਇੱਥੇ ਕਿਸੇ ਕੰਮ ਨੂੰ ਹੱਥ ਵੀ ਨਹੀਂ ਲਾਇਆ ਸੀ, ਪਰ ਇੱਕ ਗੱਲ ਮੈਨੂੰ ਬੜੀ ਅਜੀਬ ਲੱਗ ਰਹੀ ਸੀ। ਮੈਂ ਉਸ ਪਹਾੜੀ ਔਰਤ ਦੇ ਪਤੀ ਨੂੰ ਕਦੇ ਨਹੀਂ ਦੇਖਿਆ ਸੀ ਜਦੋਂ ਉਹ ਇੱਕ ਵਿਆਹੀ ਔਰਤ ਸੀ। ਉਸਦੇ ਬੱਚੇ ਵੀ ਨਹੀਂ ਸਨ, ਪਰ ਉਸਦੇ ਪਤੀ ਨਾਲ ਉਸਦੀ ਫੋਟੋ ਉੱਥੇ ਸੀ। ਇੱਕ ਵਾਰ ਮੈਂ ਨੌਕਰਾਣੀ ਨੂੰ ਪੁੱਛਿਆ ਕਿ ਮੈਡਮ ਦਾ ਪਤੀ ਕਿੱਥੇ ਹੈ, ਤਾਂ ਉਸ ਨੇ ਸਿਰਫ ਇੰਨਾ ਹੀ ਦੱਸਿਆ ਕਿ ਉਹ ਕੰਮ ਦੇ ਸਿਲਸਿਲੇ ਵਿੱਚ ਹਮੇਸ਼ਾ ਸ਼ਹਿਰ ਤੋਂ ਬਾਹਰ ਰਹਿੰਦਾ ਹੈ। ਉਹਨਾਂ ਦਾ ਬਹੁਤ ਵੱਡਾ ਕਾਰੋਬਾਰ ਹੈ, ਉਹ ਰਾਤ ਨੂੰ ਹੀ ਘਰ ਆਉਂਦੇ ਹਨ। ਮੈਂ ਜਦੋਂ ਵੀ ਦੇਖਦਾ ਤਾਂ ਪਹਾੜੀ ਔਰਤ ਘਰ ਦੇ ਆਲੇ ਦੁਆਲੇ ਘੁੰਮ ਰਹੀ ਹੁੰਦੀ ਜਾਂ ਖਰੀਦਦਾਰੀ ਲਈ ਤਿਆਰ ਹੋ ਰਹੀ ਹੁੰਦੀ। ਰਮਨ ਤੌਰ ਤਰੀਕੇ ਸਿਖਾ ਰਹੀ ਸੀ ਤੇ ਮੈਡਮ ਮੈਨੂੰ ਵੀ ਕਦੇ-ਕਦੇ ਆਪਣੇ ਨਾਲ ਬਾਜ਼ਾਰ ਲੈ ਕੇ ਜਾਂਦੀ। ਉਹ ਮੇਰਾ ਹੱਥ ਫੜ ਕੇ ਬਾਜ਼ਾਰ ਵਿੱਚ ਖਰੀਦਦਾਰੀ ਕਰਨ ਜਾਂਦੀ ਸੀ ਅਤੇ ਮੈਨੂੰ ਮੇਰੀ ਪਸੰਦ ਦੀਆਂ ਚੀਜ਼ਾਂ ਲੈ ਕੇ ਦਿੰਦੀ ਸੀ ਅਤੇ ਮੈਂ ਆਪਣੀ ਨੌਕਰਾਣੀ ਤੋਂ ਬਹੁਤ ਹੈਰਾਨ ਹੁੰਦਾ ਸੀ ਅਤੇ ਜਿਸ ਲਈ ਮੈਨੂੰ ਤਨਖਾਹ ਮਿਲ ਰਹੀ ਸੀ ਅਤੇ ਬਹੁਤ ਸਾਰੀਆਂ ਚੀਜ਼ਾਂ ਅਤੇ ਮੈਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ ਸੀ। ਮੈਂ ਆਪਣੇ ਪਿਤਾ ਜੀ ਨੂੰ ਆਪਣੀ ਨੌਕਰੀ ਬਾਰੇ ਦੱਸਿਆ ਤੇ ਮੈਂ ਉੱਥੇ ਸਾਰਾ ਦਿਨ ਕਿਵੇਂ ਬਿਤਾਉਂਦਾ ਹਾਂ। ਪਿਤਾ ਜੀ ਕਹਿਣ ਲੱਗੇ ਕਿ ਤੇਰੀ ਮਾਲਕਣ ਦੇ ਸ਼ਾਇਦ ਕੋਈ ਔਲਾਦ ਨਹੀਂ ਹੈ, ਇਸੇ ਲਈ ਉਹ ਤੁਹਾਨੂੰ ਆਪਣੇ ਪੁੱਤਰ ਵਾਂਗ ਪਾਲ ਰਹੀ ਹੈ, ਪਰ ਸ਼ਾਇਦ ਉਹ ਇੱਕ ਕਹਿਣਾ ਨਹੀਂ ਚਾਹੁੰਦੀ। ਮੈਡਮ ਨੇ ਮੈਨੂੰ ਕਿਹਾ ਸੀ ਕਿ ਰਮਨ ਮੈਨੂੰ 1 ਹਫ਼ਤੇ ਦੀ ਟ੍ਰੇਨਿੰਗ ਦੇਵੇਗੀ, ਫਿਰ ਮੇਰਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਹੁਣ ਮੈਂ ਉਸ ਦਿਨ ਦੀ ਉਡੀਕ ਕਰ ਰਿਹਾ ਸੀ ਜਦੋਂ ਆਖਰਕਾਰ ਮੈਨੂੰ ਪਤਾ ਲੱਗੇਗਾ ਕਿ ਮੇਰਾ ਕੰਮ ਕੀ ਹੈ। ਇਸ ਵੇਲੇ ਮੈਂ ਆਪਣੇ ਨਵੇਂ ਕੱਪੜਿਆਂ ਅਤੇ ਮਹਿੰਗੀਆਂ ਚੀਜ਼ਾਂ ਦਾ ਆਨੰਦ ਮਾਣ ਰਿਹਾ ਸੀ। ਪਾਪਾ ਦੀ ਸਿਹਤ ਵੀ ਪਹਿਲਾਂ ਨਾਲੋਂ ਠੀਕ ਹੋ ਗਈ ਸੀ, ਪਰ ਅਜੇ ਇੰਨਾ ਸੁਧਾਰ ਨਹੀਂ ਸੀ ਕਿ ਨੌਕਰੀ 'ਤੇ ਜਾ ਸਕਣ। ਇੱਥੇ ਮੈਨੂੰ ਨੌਕਰੀ ਮਿਲ ਗਈ ਸੀ, ਇਸ ਲਈ ਮੇਰੇ ਪਿਤਾ ਜੀ ਦੀ ਟੈਨਸ਼ਨ ਵੀ ਥੋੜ੍ਹੀ ਘਟ ਗਈ। ਹਾਲਾਂਕਿ ਅਸੀਂ ਅਜੇ ਤੱਕ ਪਾਪਾ ਦੇ ਐਕਸੀਡੈਂਟ ਬਾਰੇ ਆਪਣੇ ਘਰ ਨਹੀਂ ਦੱਸਿਆ ਸੀ ਅਤੇ ਨਾ ਹੀ ਆਪਣੀ ਨੌਕਰੀ ਬਾਰੇ। ਪਾਪਾ ਸ਼ਾਮ ਨੂੰ ਮੰਮੀ ਨੂੰ ਫੋਨ ਕਰਕੇ ਦੱਸ ਦਿੰਦੇ ਸਨ ਕਿ ਸਭ ਕੁਝ ਠੀਕ ਹੈ। ਦੂਜੇ ਪਾਸੇ ਮੈਂ ਉਸ ਪਹਾੜੀ ਔਰਤ ਦੇ ਘਰ ਖੁਸ਼ੀ-ਖੁਸ਼ੀ ਰਹਿ ਰਿਹਾ ਸੀ ਅਤੇ 1 ਹਫ਼ਤੇ ਵਿੱਚ ਮੈਂ ਪੂਰੀ ਤਰ੍ਹਾਂ ਬਦਲ ਗਿਆ ਸੀ। ਹਫ਼ਤੇ ਦੇ ਆਖਰੀ ਦਿਨ ਜਿਉਂ ਹੀ ਮੈਂ ਮੈਡਮ ਦੇ ਘਰ ਪਹੁੰਚਿਆ ਤਾਂ ਚੌਕੀਦਾਰ ਮੈਨੂੰ ਦੇਖ ਕੇ ਬਹੁਤ ਅਜੀਬ ਜਿਹਾ ਹੱਸਣ ਲੱਗਿਆ ਅਤੇ ਕਹਿਣ ਲੱਗਿਆ ਕਿ ਅੱਜ ਤੋਂ ਤੁਹਾਡਾ ਕੰਮ ਸ਼ੁਰੂ ਹੋਣ ਵਾਲਾ ਹੈ। ਮੈਂ ਵੀ ਬਹੁਤ ਖੁਸ਼ ਸੀ ਕਿ ਅੱਜ ਮੈਨੂੰ ਕੰਮ ਕਰਨ ਨੂੰ ਮਿਲੇਗਾ। ਜਦੋਂ ਮੈਂ ਕੋਠੀ ਦੇ ਅੰਦਰ ਵੜਿਆ ਤਾਂ ਮੈਨੂੰ ਰਮਨ ਕਿਤੇ ਨਜ਼ਰ ਨਹੀਂ ਆਈ। ਇੱਕ ਹੋਰ ਨੌਕਰਾਣੀ ਮੈਨੂੰ ਕਹਿਣ ਲੱਗੀ ਕਿ ਅੱਜ ਤੂੰ ਸਿੱਧਾ ਮੈਡਮ ਦੇ ਕਮਰੇ ਵਿੱਚ ਜਾਣਾ ਹੈ। ਜਦੋਂ ਦਾ ਮੈਂ ਇੱਥੇ ਆਇਆ ਹਾਂ ਮੈਂ ਇੱਕ ਵਾਰ ਵੀ ਮੈਡਮ ਦੇ ਕਮਰੇ ਵਿੱਚ ਨਹੀਂ ਗਿਆ। ਮੈਡਮ ਦੇ ਕਮਰੇ ਨੂੰ ਹਮੇਸ਼ਾ ਤਾਲਾ ਲੱਗਿਆ ਰਹਿੰਦਾ ਸੀ। ਜਿਵੇਂ ਹੀ ਮੈਂ ਮੈਡਮ ਦੇ ਕਮਰੇ ਵਿੱਚ ਵੜਿਆ, ਮੈਂ ਦੇਖ ਕੇ ਹੈਰਾਨ ਰਹਿ ਗਿਆ। ਮੈਡਮ ਦਾ ਕਮਰਾ ਅੱਜ ਪੂਰੀ ਤਰ੍ਹਾਂ ਨਵੀਂ ਦੁਲਹਨ ਵਾਂਗ ਸਜਿਆ ਹੋਇਆ ਸੀ। ਮੈਡਮ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਬਿਸਤਰੇ 'ਤੇ ਬਿਠਾਇਆ ਅਤੇ ਨੋਟਾਂ ਦੀ ਗੁੱਟੀ ਹੱਥ ਵਿੱਚ ਫੜਾ ਕੇ ਕਹਿਣ ਲੱਗੀ, ਇਹ ਇਸ ਹਫ਼ਤੇ ਦੀ ਤੁਹਾਡੀ ਤਨਖਾਹ ਹੈ। ਅੱਜ ਤੁਹਾਨੂੰ ਪੂਰਾ ਦਿਨ ਮੇਰੇ ਨਾਲ ਕਮਰੇ ਵਿੱਚ ਬਿਤਾਉਣਾ ਪਵੇਗਾ ਅਤੇ ਆਉਣ ਵਾਲਾ 1 ਹਫ਼ਤਾ ਤੁਸੀਂ ਮੇਰੇ ਨਾਲ ਇਸੇ ਤਰ੍ਹਾਂ ਹੀ ਰਹੋਗੇ। ਮੈਡਮ ਦੀ ਇਸ ਗੱਲ ਦੀ ਮੈਨੂੰ ਬਹੁਤੀ ਸਮਝ ਨਹੀਂ ਆਈ। ਹਾਲਾਂਕਿ ਇੰਨੇ ਸਾਰੇ ਨੋਟ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਂ ਮੈਡਮ ਨੂੰ ਕਿਹਾ ਕਿ ਤੁਸੀਂ ਜੋ ਵੀ ਕਹੋਗੇ ਮੈਂ ਪੂਰੀ ਇਮਾਨਦਾਰੀ ਨਾਲ ਕਰਾਂਗਾ, ਪਰ ਉਸ ਤੋਂ ਬਾਅਦ ਪਹਾੜੀ ਔਰਤ ਨੇ ਜੋ ਕਿਹਾ ਉਹ ਸੁਣ ਕੇ ਮੈਂ ਹੈਰਾਨ ਰਹਿ ਗਿਆ। ਇਹ ਵਾਲਾ ਕੰਮ ਸੰਭਵ ਨਹੀਂ ਸੀ। ਮੈਂ ਉਸ ਪਹਾੜੀ ਔਰਤ ਨਾਲ ਅਜਿਹਾ ਕਿਵੇਂ ਕਰ ਸਕਦਾ ਸੀ। ਮੈਂ ਸਿਰਫ 16 ਸਾਲਾਂ ਦਾ ਇੱਕ ਛੋਟਾ ਬੱਚਾ ਸੀ ਅਤੇ ਮੇਰੀ ਮੈਡਮ ਜਿਸ ਚੀਜ਼ ਦੀ ਇੱਛਾ ਰੱਖਦੀ ਸੀ ਉਹ ਮੇਰੇ ਲਈ ਸੰਭਵ ਨਹੀਂ ਸੀ। ਹਾਲਾਂਕਿ ਮੇਰੇ ਛੋਟੇ ਜਿਹੇ ਦਿਲ ਉਹ ਬਹੁਤ ਸੋਹਣੀ ਲੱਗਦੀ ਸੀ, ਪਰ ਫਿਰ ਵੀ ਮੈਂ ਆਪਣੇ ਆਪ 'ਤੇ ਕਾਬੂ ਰੱਖਿਆ ਅਤੇ ਉਸ ਨੂੰ ਕਿਹਾ ਕਿ ਮੈਂ ਇਹ ਸਭ ਨਹੀਂ ਕਰ ਸਕਦਾ। ਫਿਰ ਇਹ ਸੁਣ ਕੇ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੁਹਾਨੂੰ ਪੂਰੇ ਹਫ਼ਤੇ ਲਈ ਹਰ ਤਰ੍ਹਾਂ ਦੀ ਆਜ਼ਾਦੀ ਦਿੱਤੀ ਹੈ, ਤੁਹਾਨੂੰ ਤਰੀਕੇ ਸਿਖਾਏ ਅਤੇ ਤੁਹਾਨੂੰ ਕਾਬਲ ਬਣਾਇਆ। ਹੁਣ ਤੁਸੀਂ ਇਸ ਕੰਮ ਤੋਂ ਇਨਕਾਰ ਨਹੀਂ ਕਰ ਸਕਦੀ। ਉਹ ਪੈਸਾ ਤੁਹਾਨੂੰ ਇਸ ਕੰਮ ਲਈ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤੁਸੀਂ ਕੋਈ ਕੰਮ ਨਹੀਂ ਕੀਤਾ ਸੀ।
ਮੈਂ ਤੁਹਾਨੂੰ ਆਪਣੇ ਕਾਬਿਲ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ। ਹੁਣ ਤੁਸੀਂ ਮੈਨੂੰ ਮੌਕੇ 'ਤੇ ਇਨਕਾਰ ਨਾ ਕਰੋ। ਮੇਰੀਆਂ ਇੱਛਾਵਾਂ ਅਧੂਰੀਆਂ ਰਹਿ ਜਾਣਗੀਆਂ। ਉਹ ਕਹਿਣ ਲੱਗੀ ਕਿ ਸਾਡੀ ਔਰਤ ਦੀ ਜ਼ਿੰਦਗੀ ਬੜੀ ਅਜੀਬ ਹੁੰਦੀ ਹੈ। ਦੂਜੇ ਲੋਕ ਸਾਡੇ ਪੈਸੇ ਅਤੇ ਸਾਡੀ ਜ਼ਿੰਦਗੀ ਨੂੰ ਦੇਖ ਕੇ ਈਰਖਾ ਕਰਦੇ ਹਨ, ਪਰ ਸਾਨੂੰ ਕੋਈ ਨਹੀਂ ਪੁੱਛਦਾ ਕਿ ਸਾਡੇ ਦਿਲ ਵਿੱਚ ਕੀ ਚੱਲ ਰਿਹਾ ਹੈ। ਮੇਰੇ ਪਤੀ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਔਰਤਾਂ ਨੂੰ ਮਿਲ ਸਕਦੇ ਹਨ ਅਤੇ ਇਸ ਦੌਰਾਨ ਉਹ ਮੈਨੂੰ ਸਮਾਂ ਦੇਣਾ ਭੁੱਲ ਗਏ ਹਨ। ਉਸ ਨੂੰ ਇਹ ਵੀ ਯਾਦ ਨਹੀਂ ਹੁੰਦਾ ਕਿ ਮੈਂ ਜਵਾਨ ਅਤੇ ਸੁੰਦਰ ਹਾਂ ਅਤੇ ਮੇਰੀਆਂ ਵੀ ਕੁਝ ਇੱਛਾਵਾਂ ਹਨ, ਪਰ ਉਸ ਨੂੰ ਮੇਰੇ ਨਾਲੋਂ ਬਾਜ਼ਾਰੀ ਔਰਤ ਵਿੱਚ ਜ਼ਿਆਦਾ ਦਿਲਚਸਪੀ ਹੈ। ਇਸ ਲਈ ਮੈਂ ਵੀ ਹਫ਼ਤੇ ਵਿੱਚ ਇੱਕ ਦਿਨ ਛੋਟੇ ਮੁੰਡਿਆਂ ਨਾਲ ਬਿਤਾਉਂਦੀ ਹਾਂ ਅਤੇ ਆਪਣੀਆਂ ਅਧੂਰੀਆਂ ਇੱਛਾਵਾਂ ਪੂਰੀਆਂ ਕਰਦੀ ਹਾਂ। ਇਸ ਤਰ੍ਹਾਂ ਨਾ ਹੀ ਕਿਸੇ ਨੂੰ ਮੇਰੇ 'ਤੇ ਸ਼ੱਕ ਹੁੰਦਾ ਹੈ। ਮੈਨੂੰ ਪਤਾ ਹੈ ਕਿ ਇਹ ਤਰੀਕਾ ਗਲਤ ਹੈ, ਪਰ ਮੇਰਾ ਪਤੀ ਵੀ ਮੇਰੇ ਨਾਲ ਧੋਖਾ ਕਰ ਰਿਹਾ ਹੈ। ਮੈਂ ਉਸ ਨੂੰ ਧੋਖਾ ਕਿਉਂ ਨਾ ਦੇਵਾਂ? ਮੈਂ ਬਦਲੇ ਦੀ ਅੱਗ ਵਿੱਚ ਸੜਦੀ ਰਹਿੰਦੀ ਹਾਂ। ਇਸ ਤਰ੍ਹਾਂ ਮੈਂ ਇੱਕ ਛੋਟਾ ਬੱਚਾ ਸਾਰਾ ਦਿਨ ਆਪਣੇ ਕੋਲ ਰੱਖਦੀ ਹਾਂ, ਪਰ ਮੈਂ ਅੱਜ ਤੱਕ ਜਿੰਨੇ ਵੀ ਮੁੰਡਿਆਂ ਦੀ ਵਰਤੋਂ ਕੀਤੀ ਹੈ, ਕੋਈ ਵੀ ਤੁਹਾਡੇ ਜਿੰਨਾ ਸੋਹਣਾ ਨਹੀਂ ਸੀ। ਪਰ ਮੇਰਾ ਦਿਲ ਹੁਣ ਤੁਹਾਡੇ 'ਤੇ ਹੈ ਅਤੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਹਮੇਸ਼ਾ ਮੇਰੇ ਨਾਲ ਰਹੋ। ਤੁਹਾਨੂੰ ਇਸ ਸਮੇਂ ਪੈਸੇ ਦੀ ਲੋੜ ਹੈ ਅਤੇ ਮੈਨੂੰ ਤੁਹਾਡੀ ਲੋੜ ਹੈ। ਮੈਂ ਤੁਹਾਨੂੰ ਇੰਨਾ ਪੈਸਾ ਦੇਵਾਂਗੀ ਜਿਸ ਨਾਲ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ, ਪਰ ਬਦਲੇ ਵਿੱਚ ਤੁਹਾਨੂੰ ਮੇਰੀ ਹਰ ਜ਼ਰੂਰਤ ਪੂਰੀ ਕਰਨੀ ਪਵੇਗੀ। ਮੈਂ ਤੈਨੂੰ ਸਾਰੀ ਉਮਰ ਆਪਣੇ ਕੋਲ ਰੱਖਾਂਗੀ ਤੇ ਤੇਰੇ ਪਾਪਾ ਨੂੰ ਵੀ ਕਿਸੇ ਕੋਲ ਨੌਕਰੀ ਕਰਨ ਦੀ ਜ਼ਰੂਰਤ ਨਹੀਂ ਹੈ। ਆਪਣੇ ਪਿਤਾ ਜੀ ਨੂੰ ਆਪਣੇ ਘਰ ਵਾਪਸ ਭੇਜ ਦਿਓ ਅਤੇ ਇੱਥੇ ਸਦਾ ਲਈ ਰਹੋ। ਮੈਂ ਬੱਚਾ ਸੀ, ਪਰ ਮੈਡਮ ਦੀ ਹਰ ਗੱਲ ਮੈਨੂੰ ਸਮਝ ਆ ਰਹੀ ਸੀ ਤੇ ਮੰਮੀ ਦੀਆਂ ਸਿਖਾਈਆਂ ਚੰਗੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸਨ। ਮੈਂ ਉਹ ਸਾਰਾ ਪੈਸਾ ਮੈਡਮ ਦੇ ਹੱਥ ਵਿੱਚ ਫੜਾ ਦਿੱਤਾ ਅਤੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਮੈਨੂੰ ਇਸ ਹਰਾਮ ਦੇ ਪੈਸੇ ਦੀ ਲੋੜ ਨਹੀਂ ਹੈ। ਮੈਂ ਪਾਪ ਦੇ ਰਸਤੇ 'ਤੇ ਚੱਲ ਕੇ ਪੈਸਾ ਕਮਾਉਣਾ ਨਹੀਂ ਚਾਹੁੰਦਾ। ਮੈਡਮ ਮੈਨੂੰ ਰੋਕਦੀ ਰਹੀ, ਪਰ ਮੈਂ ਉਸਦੀ ਇੱਕ ਨਾ ਸੁਣੀ। ਪੈਸੇ ਦੀ ਚਮਕ-ਦਮਕ ਅਤੇ ਉਸ ਦੀ ਖੂਬਸੂਰਤ ਜਵਾਨੀ ਕੁਝ ਵੀ ਮੈਨੂੰ ਰੋਕ ਨਾ ਸਕੀ, ਕਿਉਂਕਿ ਮੇਰੀ ਮਾਂ ਦੀ ਪਰਵਰਿਸ਼ ਮੇਰੇ ਲਈ ਬਹੁਤ ਮਹੱਤਵਪੂਰਨ ਸੀ। ਜੋ ਵੀ ਮੇਰੀ ਮਾਂ ਨੇ ਮੈਨੂੰ ਸਿਖਾਇਆ ਕਿ ਪੁੱਤਰ ਹਮੇਸ਼ਾ ਸਿੱਧੇ ਰਸਤੇ 'ਤੇ ਚਲੋ, ਕਦੇ ਵੀ ਗਲਤ ਰਸਤੇ ਦੀ ਵਰਤੋਂ ਨਾ ਕਰੋ। ਮੈਂ ਭੱਜਦਾ ਹੋਇਆ ਉਸ ਕੋਠੀ ਤੋਂ ਬਾਹਰ ਆਇਆ ਅਤੇ ਡਿੱਗਦਾ ਹੋਇਆ ਆਪਣੇ ਪਿਤਾ ਜੀ ਕੋਲ ਆਇਆ। ਮੈਂ ਆਪਣੇ ਪਿਤਾ ਜੀ ਕੋਲ ਆਇਆ ਅਤੇ ਕਿਹਾ ਕਿ ਹੁਣ ਸਾਨੂੰ ਇੱਥੋਂ ਚਲਾ ਜਾਣਾ ਚਾਹੀਦਾ ਹੈ, ਕਿਉਂਕਿ ਸਾਡਾ ਇੱਥੇ ਰਹਿਣ ਦਾ ਕੋਈ ਮਕਸਦ ਨਹੀਂ ਹੈ। ਇਹ ਲੋਕ ਬਹੁਤ ਜ਼ਾਲਮ ਹਨ। ਅਸੀਂ ਆਪਣੇ ਘਰ ਵਾਪਸ ਚਲੇ ਜਾਂਦੇ ਹਾਂ। ਰੋਟੀ ਖਾਵਾਂਗੇ ਪਰ ਇੱਜ਼ਤ ਨਾਲ ਜੀਵਾਂਗੇ। ਤੁਹਾਡੀ ਮਾਮੂਲੀ ਬਿਮਾਰੀ ਕਾਰਨ ਕੰਪਨੀ ਵਾਲਿਆਂ ਨੇ ਤੁਹਾਨੂੰ ਬਾਹਰ ਕੱਢ ਦਿੱਤਾ। ਜਦੋਂ ਤੁਸੀਂ ਸਾਲਾਂ ਤੋਂ ਉਹਨਾਂ ਨਾਲ ਕੰਮ ਕਰ ਰਹੇ ਸੀ, ਉਹਨਾਂ ਨੇ ਇਸ ਗੱਲ ਵੱਲ ਵੀ ਧਿਆਨ ਨਹੀਂ ਦਿੱਤਾ ਅਤੇ ਉਸ ਔਰਤ ਨੇ ਮੈਨੂੰ ਧੋਖੇ ਨਾਲ ਆਪਣੇ ਘਰ ਬੁਲਾਇਆ, ਜੋ ਆਪਣੇ ਸਰੀਰ ਦੀ ਭੁੱਖ ਨੂੰ ਮਿਟਾਉਣਾ ਚਾਹੁੰਦੀ ਸੀ। ਅੱਜ ਮੈਂ ਚੌਕੀਦਾਰ ਦਾ ਉਹ ਮੁਸਕਰਾਉਂਦਾ ਚਿਹਰਾ ਸਮਝ ਸਕਦਾ ਸੀ। ਮੈਂ ਆਪਣੇ ਪਿਤਾ ਜੀ ਨਾਲ ਵਾਪਸੀ ਦੀ ਟਿਕਟ ਲੈ ਲਈ ਸੀ ਅਤੇ ਹੁਣ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਸੋਚ ਰਿਹਾ ਸੀ। ਮੇਰੀ ਜ਼ਿੰਦਗੀ ਬੇਸ਼ੱਕ ਮੁਸ਼ਕਲਾਂ ਨਾਲ ਭਰੀ ਹੋਈ ਸੀ, ਪਰ ਇਹ ਪਾਪਾਂ ਨਾਲ ਭਰੀ ਨਹੀਂ ਸੀ। ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਜ਼ਿੰਦਗੀ ਦੇਣਾ ਇਨਸਾਨ ਦੇ ਹੱਥ ਨਹੀਂ, ਰੱਬ ਦੇ ਹੱਥ ਹੈ, ਪਰ ਉਸ ਜ਼ਿੰਦਗੀ ਨੂੰ ਕਿਵੇਂ ਬਤੀਤ ਕਰਨਾ ਇਹ ਸਾਡੇ ਹੱਥ ਵਿੱਚ ਹੈ ਅਤੇ ਮੈਨੂੰ ਯਕੀਨ ਸੀ ਕਿ ਸਰਵਸ਼ਕਤੀਮਾਨ ਨੇ ਮੇਰੇ ਲਈ ਕੋਈ ਨਾ ਕੋਈ ਪ੍ਰਬੰਧ ਕੀਤਾ ਹੋਵੇਗਾ। ਦੋਸਤੋ, ਪਹਿਲਾਂ ਲੋਕ ਵੱਖਰੇ ਸਨ, ਪਰ ਅੱਜ ਦੇ ਲੋਕ ਅਜਿਹੇ ਹਨ ਜੋ ਦੂਜਿਆਂ ਦੀ ਬੇਵਸੀ ਦਾ ਫਾਇਦਾ ਉਠਾਉਂਦੇ ਹਨ। ਦੌਲਤ ਨੇ ਉਸ ਨੂੰ ਆਪਣੀ ਇੱਜ਼ਤ ਤੋਂ ਵੀ ਭੜਕਾ ਦਿੰਦਾ ਹੈ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਉਹ ਗਲਤ ਕਰ ਰਹੇ ਹਨ। ਜੇਕਰ ਤੁਸੀਂ ਇਸ ਕਹਾਣੀ ਦੇ ਅੰਤ ਤੱਕ ਆਏ ਹੋ ਤਾਂ ਯਾਦ ਰੱਖੋ ਕਿ ਤੁਹਾਡੇ ਕੋਲ ਗਲਤ ਕੰਮ ਕਰਨ ਦੇ ਬਹੁਤ ਮੌਕੇ ਹੋਣਗੇ, ਪਰ ਤੁਹਾਨੂੰ ਫੈਸਲਾ ਕਰਨਾ ਪਵੇਗਾ। ਜਿੰਨਾ ਚਿਰ ਤੁਸੀਂ ਸਹੀ ਰਸਤੇ 'ਤੇ ਰਹਿੰਦੇ ਹੋ, ਤੁਹਾਡੇ ਨਾਲ ਕਦੇ ਵੀ ਕੁਝ ਗਲਤ ਨਹੀਂ ਹੋਵੇਗਾ। ਮੈਂ ਉਮੀਦ ਕਰਦੀ ਹਾਂ ਤੁਹਾਨੂੰ ਸਾਡੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ। ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ। ਜੇਕਰ ਤੁਸੀਂ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।